ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਅੱਜ ਅਸੀਂ ਗੱਲ ਕਰਾਂਗੇ ਇੱਕ ਇਤਿਹਾਸਕ ਪਲ ਜਿਹੜਾ ਸੋਮਵਾਰ ਨੂੰ ਆਉਣ ਵਾਲਾ ਕਿਸਾਨ ਅੰਦੋਲਨ ਦੇ ਸੰਬੰਧ 'ਚ। ਉਸ ਦਿਨ ਬਰਤਾਨੀਆ ਦੀ ਸੰਸਦ 'ਚ ਕਿਸਾਨ ਅੰਦੋਲਨ ਅਤੇ ਭਾਰਤ ਦੀ ਜਿਹੜੀ ਪ੍ਰੈਸ ਦੀ ਆਜ਼ਾਦੀ 'ਤੇ ਇੱਕ ਮੁੱਦਾ ਵਿਚਾਰੇ ਜਾਣਗੇ ਅਤੇ ਇਹ 1.5 ਘੰਟੇ ਦੀ ਡਿਬੇਟ ਹੋਏਗੀ। ਇਸ ਅਤੇ ਹੋਰ ਇਹਦੇ ਨਾਲ ਸੰਬੰਧਿਤ ਹੋਰ ਮਸਲਿਆਂ 'ਤੇ ਗੱਲਬਾਤ ਕਰਨ ਲਈ ਸਾਡੇ ਕੋਲ ਆਏ ਨੇ ਉੱਘੇ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਜੀ ਤੁਹਾਡਾ ਸਵਾਗਤ ਹੈ। ਜੀ ਸ਼ੁਕਰੀਆ। ਹਮੀਰ ਜੀ, ਜਿਵੇਂ ਮੈਂ ਗੱਲ ਸਟਾਰਟ ਹੀ ਕਰਤੀ ਹੈ ਬਈ ਆਹ ਦੋ ਕਿਸਾਨ ਅੰਦੋਲਨ ਅਤੇ ਪ੍ਰੈਸ ਦੀ ਆਜ਼ਾਦੀ। ਇੱਕ ਪਾਸੇ ਤਾਂ ਇੰਡੀਅਨ ਗੌਰਮੈਂਟ ਕਹਿੰਦੀ ਹੈ ਵੀ ਕੌਮਾਂਤਰੀਕਰਨ ਨਹੀਂ ਕੀਤਾ, ਪਰ ਇੱਕ ਤਰ੍ਹਾਂ ਦਾ ਕੌਮਾਂਤਰੀਕਰਨ ਉਹਦਾ ਹੋ ਹੀ ਗਿਆ ਹੁਣ ਤਾਂ, ਕਿਉਂਕਿ ਉਹਦਾ ਮੁੱਦਾ ਉਛਾਲਿਆ ਜਾ ਰਿਹਾ, ਉੱਥੇ ਲਿਆਂਦਾ ਜਾ ਰਿਹਾ। ਇਹਦੇ 'ਤੇ ਹੁਣ ਤੁਸੀਂ ਕੀ ਕਹੋਗੇ? ਬਿਲਕੁਲ, ਅੱਜ ਦੇ ਦੌਰ ਦੇ ਵਿੱਚ ਜਦੋਂ ਦੁਨੀਆ ਅੰਤਰ ਨਿਰਭਰ ਹੈ, ਤੁਸੀਂ ਕੌਮਾਂਤਰੀਕਰਨ ਤੋਂ ਰੋਕ ਵੀ ਨਹੀਂ ਸਕਦੇ, ਕਿਉਂਕਿ ਇੱਕ ਦੂਜੇ ਨਾਲ ਇੰਨੀ ਤੇਜ਼ ਇਨਫੋਰਮੇਸ਼ਨ ਹੋ ਰਹੀ ਹੈ। ਜਦੋਂ ਇਨਫੋਰਮੇਸ਼ਨ ਹੁੰਦੀ ਹੈ ਤਾਂ ਹਿਊਮਨ ਬੀਇੰਗ ਦੇ ਨਾਤੇ ਹਰ ਬੰਦਾ ਸੋਚਦਾ, ਹਰ ਬੰਦਾ ਉਹਦੇ ਨਾਲ ਗੱਲ ਵੀ ਕਰਦਾ। ਔਰ ਇਸੇ ਕਰਕੇ ਸ਼ਾਇਦ ਜਿਹੜਾ ਕਿਸਾਨ ਅੰਦੋਲਨ ਦੇ ਪੱਖ ਦੇ ਵਿੱਚ ਜਰਮਨ, ਫਰਾਂਸ, ਨਿਊਜ਼ੀਲੈਂਡ, ਆਸਟ੍ਰੇਲੀਆ ਕਿਸਾਨ ਵੀ ਟਰੈਕਟਰ ਮਾਰਚ ਕਰਕੇ ਸਪੋਰਟ ਕੀਤੀ। ਈਵਨ ਨਿਊਯਾਰਕ ਟਾਈਮ ਦੇ ਵਿੱਚ ਜਿੰਨੀਆਂ ਵੀ ਕਿਸਾਨ ਆਰਗੇਨਾਈਜੇਸ਼ਨ ਆ ਉਸ ਪੂਰੇ ਵਿਕਸਿਤ ਕੰਟਰੀਜ਼ ਦੀਆਂ ਹੈਗੀਆਂ ਨੇ, ਉਹਨਾਂ ਨੇ ਐਡਾ ਵੱਡੀ ਐਡ ਦੇ ਕੇ ਇਸ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਕਿ ਅਸੀਂ ਉਹਦੇ ਨਾਲ ਹਾਂ, ਕਿਉਂਕਿ ਉਹ ਪੀਸਫੁਲ ਅੰਦੋਲਨ ਆ ਔਰ ਵੱਡੇ ਪੱਧਰ 'ਤੇ ਆਪਣੇ ਹੱਕਾਂ ਲਈ ਲੜ ਰਿਹਾ। ਇਹ ਉਦੋਂ ਵੀ ਇੰਪੋਰਟੈਂਟ ਗੱਲ ਇਹ ਹੋ ਰਹੀ ਹੈ ਕਿ ਜਿਹੜਾ ਲੰਡਨ ਦੇ ਵਿੱਚ ਜਿਹੜਾ ਉਹਦਾ ਪਾਰਲੀਮੈਂਟ ਦਾ ਹਾਊਸ ਹੈ, ਉੱਥੇ 1.5 ਘੰਟੇ ਦੀ ਡਿਬੇਟ ਸੋਮਵਾਰ ਨੂੰ ਹੋਣੀ ਹੈ। ਉੱਥੇ ਇੱਕ ਪ੍ਰੋਵੀਜ਼ਨ ਹੈ ਅਸਲ ਦੇ ਵਿੱਚ ਲਾਅ ਦੇ ਅੰਦਰ ਹੀ ਉਹਨਾਂ ਦੇ ਹੈ ਕਿ 10,000 ਬੰਦਾ ਜੇਕਰ ਜਿਹੜੀ ਡਿਜੀਟਲੀ ਸਿਗਨੇਚਰ ਕਰਕੇ ਮੰਗ ਕਰਦਾ ਉੱਥੇ ਦੀ ਪਾਰਲੀਮੈਂਟ ਤੋਂ ਕਿ ਇਸ ਮੁੱਦੇ 'ਤੇ ਅਸੀਂ ਚਾਹੁੰਦੇ ਹਾਂ ਸੰਸਦ ਵਿਚਾਰ ਕਰੇ, ਤਾਂ ਉਹਨਾਂ ਨੂੰ ਵਿਚਾਰ ਕਰਨੀ ਪੈਂਦੀ ਹੈ। ਇਹ ਬਣ ਗਿਆ ਸਿਗਨੇਚਰ 1 ਲੱਖ ਤੋਂ ਜ਼ਿਆਦਾ, ਮਤਲਬ ਉਹਨਾਂ ਦਾ ਜਿਹੜੇ ਬ੍ਰਿਟਿਸ਼ਰਜ ਨਾਗਰਿਕ ਨੇ, ਜਿੱਥੇ ਚਾਹੇ ਪੰਜਾਬੀ ਵੀ ਨੇ, ਨਾਨ ਪੰਜਾਬੀ ਵੀ ਹੋਣਗੇ, ਜਿਹੜੇ ਵੀ ਬੰਦੇ ਨੇ। ਇਹ ਗੱਲ ਤਾਂ ਪਹਿਲਾਂ ਦੀ ਚੱਲਦੀ ਹੈ, ਪਰ ਪਹਿਲਾਂ ਸਰਕਾਰ ਨੇ ਇਹ ਵਿਊ ਲਿਆ। ਉਹਦੇ 'ਚ ਇਹ ਹੈ ਕਿ ਜੇ 10,000 ਬੰਦੇ ਦੇ ਸਿਗਨੇਚਰ ਚਲੇ ਜਾਂਦੇ ਨੇ, ਸਰਕਾਰ ਨੂੰ ਬਿਆਨ ਦੇਣਾ ਪੈਂਦਾ। ਸਰਕਾਰ ਨੇ ਪਹਿਲਾਂ ਬਿਆਨ ਇਹ ਦਿੱਤਾ ਸੀ ਕਿ ਗੱਲ ਤੁਹਾਡੀ ਅਸੀਂ ਮਨਜ਼ੂਰ ਕਰਦੇ ਹਾਂ, ਪਰ ਇਹਦੀਆਂ ਨਾ ਤੱਥਾਂ ਦੀ ਜਾਂਚ ਕਰ ਲਈ ਜਾਵੇ। ਕਿਤੇ ਬਿਨਾਂ ਤੱਥਾਂ ਤੋਂ ਅਸੀਂ ਕਿਸੇ ਦੇਸ਼ ਦੀ ਦੂਜੇ ਦੇਸ਼ ਦੇ ਬਾਰੇ ਚਰਚਾ ਕਰੀਏ, ਉਹ ਚੰਗਾ ਨਹੀਂ ਲੱਗਦਾ। ਹੁਣ ਇਟ ਮੀਨਜ ਕੀ ਹੋ ਗਿਆ ਕਿ ਤੱਥਾਂ ਦੀ ਜਾਂਚ ਹੋ ਚੁੱਕੀ ਹੈ ਬਰਤਾਨੀਆ ਦੀ ਸਰਕਾਰ ਵੱਲੋਂ, ਤਾਂ ਪ੍ਰਾਈਮਾ ਫੇਸੀ ਜਿਹਨੂੰ ਆਪਾਂ ਕਹਿੰਦੇ ਹਾਂ ਮੁੱਢਲੇ ਰੂਪ ਦੇ ਵਿੱਚ ਇਹ ਮੰਨ ਲਿਆ ਗਿਆ ਹੈ ਕਿ ਇਸ ਦੇਸ਼ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਨਾਲ ਜੋ ਵਿਵਹਾਰ ਹੋ ਰਿਹਾ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਉਹ ਸਹੀ ਨਹੀਂ ਹੈ, ਤੇ ਪ੍ਰੈਸ ਦੀ ਆਜ਼ਾਦੀ ਲਈ ਵੀ ਕਿਤੇ ਨਾ ਕਿਤੇ ਪ੍ਰੋਬਲਮ ਹੈ। ਇਸੇ ਲਈ ਉਹ 1.5 ਘੰਟੇ ਦਾ ਸੋਮਵਾਰ ਨੂੰ ਜਿਹੜਾ ਹੁਣ ਹੋਣਾ ਹੈ, ਉਹਦੇ 'ਚ ਇਹ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਨਾਲ ਰਿਲੇਟਡ ਵੀ ਜਿਹੜੇ ਬੈਕਗਰਾਊਂਡ 'ਚ ਉੱਥੇ ਤਨਮਨ ਸਿੰਘ ਢੇਸੀ ਜਿਹੜੇ ਵਿਰੋਧੀ ਧਿਰ ਦੇ MP ਵੀ ਨੇ, ਉਹਨਾਂ ਨੇ ਵੀ ਬੋਲਣਾ, ਅਤੇ ਕੁਛ ਹੋਰ ਬੰਦੇ ਵੀ ਜਿਹੜੇ ਬੋਲਣਗੇ। ਉਹਨੇ ਪਹਿਲਾਂ ਵੀ ਪਾਰਲੀਮੈਂਟ 'ਚ ਥੋੜ੍ਹਾ ਜਿਹਾ ਇਸ਼ੂ ਉਠਾਇਆ ਸੀ, ਪਰ ਕਿਸੇ ਸੰਸਦ ਵੱਲੋਂ ਸਮਾਂ ਅਲਾਟ ਕਰਕੇ ਉਹਦੇ 'ਤੇ ਬੋਲਣਾ ਇਹ ਆਪਣੇ ਆਪ 'ਚ ਇੱਕ ਗੱਲ ਹੈ। ਅਤੇ ਹੁਣ ਗੌਰਮੈਂਟ ਆਫ ਇੰਡੀਆ ਕੀ ਕਹੂਗੀ ਉਸ ਸੰਸਦ ਦੇ ਮਾਮਲੇ ਦੇ ਵਿੱਚ, ਤਾਂ ਉਹਨੂੰ ਜਵਾਬਦੇਹੀ ਉਨੀ ਤਾਂ ਕਰਨੀ ਉਹ ਪਏਗੀ ਕੁਛ ਨਾ ਕੁਛ, ਕਿਉਂਕਿ ਇੰਟਰਨੈਸ਼ਨਲ ਰਿਲੇਸ਼ਨ 'ਤੇ ਓਫੀਸ਼ਲੀ ਗੱਲ ਚਲੀ ਗਈ ਹੈ, ਇੱਕ ਮੰਚ 'ਤੇ ਗੱਲ ਚਲੀ ਗਈ ਹੈ। ਉਹ ਇਹ ਕਹਿ ਰਹੇ ਨੇ ਕਿ ਜ਼ਮੀਨੀ ਜਿਹੜੇ ਇਹ ਖੇਤੀ ਦੇ ਸੁਧਾਰ ਦੇ ਕਾਨੂੰਨ ਨੇ, ਇਹਦੇ ਨਾਲ ਨਹੀਂ ਸਾਡਾ ਦਖਲ, ਇਹ 'ਚ ਤੁਸੀਂ ਕੀ ਕਰਨਾ ਹੈ ਤੁਹਾਡਾ ਮਾਮਲਾ ਹੈ। ਪਰ ਜਿਹੜਾ ਸਲੂਕ ਕੀਤਾ ਜਾ ਰਿਹਾ ਪ੍ਰਦਰਸ਼ਨਕਾਰੀਆਂ ਨਾਲ ਮਨੁੱਖੀ ਅਧਿਕਾਰ ਦੇ ਐਂਗਲ ਤੋਂ, ਕਦੇ ਬਿਜਲੀ ਕੱਟਤੀ, ਕਦੇ ਪਾਣੀ ਕੱਟਤਾ, ਕਦੇ ਐਡੇ ਵੱਡੇ ਬੈਰੀਕੇਡ ਖੜੇ ਕਰਤੇ, ਕਦੇ ਉਹ ਕਿੱਲ ਲਾਤੇ, ਔਰ ਇਸ ਲੈਵਲ ਦੀਆਂ ਜਿਹੜੀਆਂ ਗੱਲਾਂ ਨੇ, ਜਾਂ ਫੜ ਕੇ ਮੁਕੱਦਮੇ ਉਹੀ ਪਾਤੇ ਵੱਖ-ਵੱਖ ਟਾਈਪ ਦੇ, ਕਦੇ ਇਰਾਦਾ ਕਤਲ ਦਾ, ਕਦੇ ਦੇਸ਼ ਧਰੋਹੀ ਦੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਗੱਲ ਨੂੰ ਪ੍ਰਤੀਨਿਧ ਕਰਦੀਆਂ ਨੇ ਵੀ ਇਹ ਚੀਜ਼ਾਂ ਠੀਕ ਨਹੀਂ ਹੈ। ਉਹਨਾਂ ਨੂੰ ਲੱਗਦਾ ਕਿ ਸਾਨੂੰ ਉਮੀਦ ਹੈ ਕਿ ਬਰਤਾਨੀਆ ਵੀ ਔਰ ਭਾਰਤ ਵੀ ਆਪਣੇ ਆਪ ਨੂੰ ਜਮਹੂਰੀ ਦੇਸ਼ ਕਹਾਉਂਦੇ ਨੇ, ਤਾਂ ਜਮਹੂਰੀ ਅਸੂਲਾਂ ਦੀ ਪਾਲਣਾ ਕਰਨਗੇ, ਗੌਰਮੈਂਟ ਆਫ ਇੰਡੀਆ ਵੀ ਪਾਲਣਾ ਕਰੇਗੀ। ਮੈਨੂੰ ਲੱਗਦਾ ਕਿ ਉਹ ਚਰਚਾ 'ਚ ਕਿਹੜੇ ਲੌਜਿਕ ਆਉਂਦੇ ਨੇ, ਉਹਦੇ ਨਾਲ ਬਿਨਾਂ ਸ਼ੱਕ ਕਿਸਾਨ ਅੰਦੋਲਨ ਨੂੰ ਮਜ਼ਬੂਤੀ ਮਿਲੇਗੀ ਔਰ ਗੌਰਮੈਂਟ ਆਫ ਇੰਡੀਆ 'ਤੇ ਦਬਾਅ ਵਧੇਗਾ। ਔਰ ਇਹ ਅੱਜ ਇੱਕ ਪਾਰਲੀਮੈਂਟ ਹੈ, ਹੋ ਸਕਦਾ ਕੱਲ੍ਹ ਨੂੰ ਆਸਟ੍ਰੇਲੀਆ ਦੇ ਵਿੱਚ ਵੀ ਸੰਭਾਵਨਾ ਹੈ, ਜਿੱਥੇ ਕਿਹਾ ਜਾ ਰਿਹਾ ਕਿ ਉੱਥੇ ਵੀ ਲੋਕ ਐਫਰਟ ਕਰ ਰਹੇ ਨੇ। ਕੈਨੇਡਾ ਦੇ ਵਿੱਚ ਤਾਂ ਪੰਜਾਬੀਆਂ ਦਾ ਕਾਫੀ ਜ਼ਿਆਦਾ ਪਹਿਲਾਂ ਹੀ ਦਖਲ ਹੈਗਾ, ਉੱਥੇ ਵੀ ਇਹਦਾ ਸੰਭਾਵਨਾ ਉਸ ਲੈਵਲ 'ਤੇ ਹੋਣ ਦੀ। ਇਸ ਲਈ ਇਹ ਜਿਹੜਾ ਅੰਦੋਲਨ ਦਾ ਜਿਹੜਾ ਪਸਾਰ ਹੋ ਰਿਹਾ ਦੁਨੀਆ ਪੱਧਰ ਦੇ ਉੱਤੇ, ਔਰ ਨਾਲ ਦੀ ਨਾਲ ਦੇਸ਼ ਪੱਧਰ ਦੇ ਉੱਤੇ, ਸੂਬਿਆਂ ਦੇ ਪੱਧਰ ਦੇ ਉੱਤੇ, ਔਰ ਇਹ ਅੰਦੋਲਨ ਐਡਾ ਵੱਡਾ ਬਣਦਾ ਜਾ ਰਿਹਾ, ਜਿੱਥੇ ਗੌਰਮੈਂਟ ਨੂੰ ਜਿਹੜਾ ਡੈਡਲੌਕ ਤੋੜ ਕੇ ਗੱਲਬਾਤ ਕਰਕੇ ਇਹਨੂੰ ਨਿਬੇੜਨ ਦੇ ਵਾਲੇ ਪਾਸੇ ਚੱਲਣਾ ਚਾਹੀਦਾ। ਆਪਸਦਾਰੀ ਦੇ ਵਿੱਚ, ਟਕਰਾਅ ਦੇ ਮਾਹੌਲ ਦੇ ਵਿੱਚ ਜਿੰਨਾ ਲੰਮਾ ਚੱਲੂਗਾ, ਉਨਾ ਦੇਸ਼ ਦੀ ਛਵੀ ਵੀ ਔਰ ਗੌਰਮੈਂਟ ਦੀ ਛਵੀ ਨੂੰ ਵੀ ਫਰਕ ਪਏਗਾ। ਅਤੇ ਹਮੀਰ ਜੀ, ਆਪਾਂ ਰਾਈਟ ਟੂ ਐਕਸਪ੍ਰੈਸ਼ਨ ਦੀ ਗੱਲ ਕੀਤੀ ਹੈ, ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਕੀਤੀ ਹੈ, ਪਰ ਜਿਹੜਾ ਸਾਡਾ ਬੰਦੇ ਦੀ ਆਵਾਜ਼ ਹੈ, ਕਹਿੰਦੇ ਸਮਾਜ ਦੀ ਆਵਾਜ਼, ਇੱਕ ਜਿਹੜਾ ਫਿਲਮ ਜਗਤ ਹੈ ਜਾਂ TV ਹੈ, ਉਹ ਲੋਕਾਂ ਤੱਕ ਪਹੁੰਚਾਉਂਦਾ। ਅਤੇ ਜਦੋਂ ਤਾਪਸੀ ਪੰਨੂ, ਅਨੁਰਾਗ ਕਸ਼ਯਪ ਵਰਗੇ ਕਿਸਾਨ ਅੰਦੋਲਨ ਬਾਰੇ ਬੋਲਦੇ, ਉਹਨਾਂ ਦੇ ਉੱਤੇ ਇਨਕਮ ਟੈਕਸ ਦੇ ਛਾਪੇ ਇਸ ਤਰ੍ਹਾਂ ਮੰਨ ਕੇ ਚੱਲਿਆ ਜਾ ਰਿਹਾ ਕਿ ਉਹਨਾਂ ਨੇ ਬੋਲਿਆ, ਇਸ ਕਰਕੇ ਉਹਨਾਂ ਦੇ ਛਾਪੇ ਪਾਏ ਗਏ। ਇਹ ਤੋਂ ਕੀ ਲੈਂਦੇ ਤੁਸੀਂ?
ਹਾਂ ਬਿਲਕੁਲ, ਇੱਕ ਨਾ ਇਹ ਰਿਵਾਜ ਜਿਹਾ ਹੀ ਬਣ ਗਿਆ ਕਾਫੀ ਸਮੇਂ ਤੋਂ। ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਸਰਕਾਰ ਦੇ ਨਾਲ ਹੈ ਉਹ ਠੀਕ ਹੀ ਠੀਕ ਹੈ, ਉਹਦੇ ਤੇ ਜੋ ਮਰਜ਼ੀ ਹੋ ਜਾਏ। ਕੱਲ ਤਾਂ ਇੱਕ ਅਜੀਬੋ ਗਰੀਬ ਘਟਨਾ ਵਾਪਰੀ ਤੇ ਇੱਕ ਬੰਦਾ ਜਿਹੜਾ ਵੈਸਟ ਬੰਗਾਲ ਦਾ ਤ੍ਰਿਣਮੂਲ ਕਾਂਗਰਸ ਦਾ ਬੀਜੇਪੀ ਚ ਆਇਆ, ਤੇ ਬੀਜੇਪੀ ਚ ਉਹ ਜਿਹੜਾ ਆਇਆ ਹੈ ਉਹ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਸੀ, ਜਿਹੜਾ ਉਹ ਘੁਟਾਲਾ ਹੋਇਆ ਉੱਥੇ ਸਭ ਤੋਂ ਮੇਨ ਦੋਸ਼ੀ। ਤਾਂ ਪੱਤਰਕਾਰ ਜਹਾਜ਼ 'ਚ ਬੈਠੇ ਨਿਤਨ ਗਡਕਰੀ ਜਿਹੜੇ ਮੰਤਰੀ ਨੇ ਉਹਨਾਂ ਨੂੰ ਸਵਾਲ ਕਰਦਾ ਹੈ ਵੀ ਜਦੋਂ ਤੁਹਾਡੇ 'ਚ ਆ ਜਾਂਦਾ ਬੰਦਾ ਉਹ ਦੁੱਧ ਧੋਤਾ ਕਿਵੇਂ ਹੋ ਜਾਂਦਾ, ਤੇ ਪਹਿਲਾਂ ਉਹ ਸਭ ਤੋਂ ਮੇਨ ਮੁਜਰਮ ਹੈ। ਤਾਂ ਉਹ ਹੱਸ ਕੇ ਜਵਾਬ ਦਿੰਦਾ ਵੀ ਕਿ ਹਾਂ, ਸਾਡੇ 'ਚ ਆ ਕੇ ਮਾਹੌਲ 'ਚ ਵਿਚਰਦਾ ਬੰਦਾ ਉਹ ਠੀਕ ਹੋ ਜਾਂਦਾ, ਸਿੱਧੇ ਰਾਹ ਚੱਲ ਪੈਂਦਾ, ਇਸ ਕਰਕੇ ਉਹਦੇ ਖਿਲਾਫ ਲੋੜ ਨਹੀਂ ਹੈ, ਬੰਦਾ ਸੁਧਰ ਜਾਂਦਾ ਸਾਡੇ 'ਚ ਆ ਕੇ। ਇਹ ਸਾਡੇ ਪਾਰਟੀਆਂ ਦਾ ਰਿਵਾਜ ਹੋ ਗਿਆ, ਜਿਹੜੀ ਪਾਰਟੀ ਦੂਜੇ ਤੇ ਐਲੀਗੇਸ਼ਨ ਲਾਉਂਦੀ ਹੈ, ਜਿਹੜੀ ਸਰਕਾਰ ਲਾਉਂਦੀ, ਜਦੋਂ ਉੱਧਰ ਆ ਜਾਂਦਾ ਉਹ ਕਹਿੰਦੇ ਚਲੋ ਹੁਣ ਇਹਦੇ ਸਾਰੇ ਗੁਨਾਹ ਮਾਫ। ਇਸੇ ਤਰੀਕੇ ਨਾਲ ਜੇ ਪਿਛਲੇ ਸਮੇਂ ਤੋਂ ਦੇਖਦੇ ਹਾਂ, ਇਹ ਪਹਿਲਾ ਸਵਾਲ ਨਹੀਂ ਹੈ। ਜਿਵੇਂ ਤੁਸੀਂ ਦੇਖੋ ਕਿ ਉਹ ਕੁੜੀ ਹੈ ਜਿਹੜੀ ਦਿਸ਼ਾ ਰਵੀ, ਤੇ ਉਦੋਂ ਬਾਅਦ ਦੀਆਂ ਹੋਰ ਨਿਕਿਤਾ ਜਾਂ ਬਾਕੀ ਦੇ ਚੀਜ਼ਾਂ ਨੇ, ਉਹਨਾਂ ਨੇ ਜਦੋਂ ਗੱਲ ਕੀਤੀ ਕਿਸਾਨ ਅੰਦੋਲਨ ਦੀ ਤਾਂ ਉਹਨਾਂ ਤੇ ਦੇਸ਼ ਧਰੋਹੀ ਦਾ ਪਰਚਾ ਪਾਤਾ। ਉਹ ਅਲੱਗ ਸਵਾਲ ਹੈ ਕਿ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇਤੀ ਕਿ ਐਂ ਦੇਸ਼ ਧਰੋਹੀ ਥੋੜ੍ਹੀ ਬਣਦੇ ਨੇ ਜਿਵੇਂ ਤੁਸੀਂ ਲਾ ਰਹੇ ਹੋ। ਪਰ ਜਦੋਂ ਫਿਲਮੀ ਐਕਟਰ ਦੂਜੇ ਸਾਈਡ ਦੇ ਕਈ ਇੱਕੋ ਜਿਹੇ ਟਵੀਟ ਕਰਨ ਲੱਗੇ ਕਿ ਇਹਦੇ ਪੱਖ ਦੇ ਵਿੱਚ ਨੇ, ਜਦੋਂ ਮਹਾਰਾਸ਼ਟਰ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ ਕਿ ਕੀ ਉਹਨਾਂ ਨੇ ਵੀ ਕਿਸੇ ਦੇ ਆਈਟੀ ਸੈੱਲ ਦੇ ਥਰੂ ਹੀ ਉਹਨਾਂ ਦੇ ਨਾਂ ਤੇ ਪਾ ਦਿੱਤੇ ਗਏ ਜਾਂ ਉਹਨਾਂ ਨੇ ਆਪ ਕੀਤਾ, ਉਦੋਂ ਸਾਰੇ ਉਲਟੇ ਪਾਸੇ ਹੋ ਗਏ ਕਿ ਤੁਸੀਂ ਦੇਸ਼ ਭਗਤਾਂ ਦੇ ਮਗਰ ਕਿਉਂ ਪਏ ਹੋ। ਜਾਂਚ ਹੋਣੀਆਂ ਤਾਂ ਸਾਰਿਆਂ ਦੀ ਹੋਣੀ ਚਾਹੀਦੀ ਹੈ। ਔਰ ਅੱਜ ਤੱਕ ਇਹ ਕਿਉਂ ਨਹੀਂ ਹੋਇਆ ਕਿ ਕਿਸੇ ਵੀ ਇਹੋ ਜਿਹੀ ਸੈਲੀਬ੍ਰਿਟੀ ਦੇ ਜਾਂ ਇਹੋ ਜਿਹੇ ਅਮੀਰ ਆਦਮੀ ਦੇ ਇਨਕਮ ਟੈਕਸ ਦੇ ਛਾਪੇ ਪਏ ਹੋਣ ਜਿਹੜਾ ਗੌਰਮੈਂਟ ਦੇ ਪਾਲੇ 'ਚ ਖੜਾ ਹੈ। ਇਹ ਗੱਲ ਸਿੱਧੀ ਤੌਰ ਤੇ ਦੇਖੀ ਜਾਏਗੀ, ਕਿਉਂਕਿ ਉਹ ਤਾਂ ਇਹ ਵੀ ਕਿਹਾ ਜਾ ਰਿਹਾ, ਜਿੰਨੀਆਂ ਖਬਰਾਂ ਅੱਜ ਤੱਕ ਆ ਰਹੀਆਂ ਨੇ ਕਿ ਤਾਪਸੀ ਪੰਨੂ ਉਹ ਕੁੜੀ ਨੂੰ ਈਵਨ ਵੱਡੇ ਵੱਡੇ ਡਾਇਰੈਕਟਰਾਂ ਨੂੰ ਤੇ ਪ੍ਰੋਡਿਊਸਰਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਹਨੂੰ ਫਿਲਮਾਂ ਵੀ ਨਾ ਦਿਓ। ਮਤਲਬ ਉਹਦੇ ਨਿੱਜੀ ਹੱਦ ਤੱਕ। ਦੂਜੇ ਪਾਸੇ ਕੰਗਣਾ ਰਣੌਤ ਤਾਂ ਜਿਹਨੂੰ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ, ਜਿਹੜੀ ਸਰਕਾਰ ਦੇ ਪੱਖ 'ਚ ਬੋਲਦੀ ਹੈ। ਸਰਕਾਰਾਂ ਐ ਨਹੀਂ ਚੱਲਦੀਆਂ। ਸਰਕਾਰਾਂ ਜਦੋਂ ਚੁਣੀਆਂ ਜਾਂਦੀਆਂ ਨੇ ਪਹਿਲਾਂ ਪਾਰਟੀਆਂ ਅਲੱਗ-ਅਲੱਗ ਹੁੰਦੀਆਂ ਹੋਣਗੀਆਂ, ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਸਾਰੇ ਲੋਕਾਂ ਦੀ ਮੰਨੀ ਜਾਂਦੀ ਹੈ। ਸਰਕਾਰ ਨੂੰ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ ਕੰਮ ਕਰਨ ਦੀ ਲੋੜ ਪੈਂਦੀ ਹੈ। ਪਰ ਜੇ ਸਰਕਾਰ ਆ ਕੇ ਵੀ ਇਸੇ ਤਰੀਕੇ ਨਾਲ ਚੱਲੇਗੀ ਤਾਂ ਫਿਰ ਕਿੱਥੇ ਹੈ ਸਵਾਲ। ਸੁਪਰੀਮ ਕੋਰਟ ਨੇ ਕਈ ਜੱਜਮੈਂਟਾਂ ਦੇ ਵਿੱਚ ਇਹ ਕਿਹਾ ਹੁਣ ਤਾਂ ਪਿਛਲੇ ਦਿਨਾਂ ਦੇ ਵਿੱਚ ਆ ਕੇ, ਚਾਹੇ ਉਹ ਫਾਰੂਕ ਅਬਦੁੱਲੇ ਵਾਲੀ ਜੱਜਮੈਂਟ ਸੀ, ਚਾਹੇ ਉਹ ਵੱਖ-ਵੱਖ ਨੇ, ਕਿ ਗੌਰਮੈਂਟ ਨਾਲ ਬਖਰੇਵਾ ਰੱਖਣਾ ਕੋਈ ਦੇਸ਼ ਧਰੋਹ ਨਹੀਂ ਹੁੰਦਾ। ਔਰ ਇਹ ਫਰੀਡਮ ਆਫ ਐਕਸਪ੍ਰੈਸ਼ਨ ਸਾਨੂੰ ਸੰਵਿਧਾਨ ਦਾ ਜਿਹੜਾ ਫੰਡਾਮੈਂਟਲ ਰਾਈਟ ਹੈ, ਬੁਨਿਆਦੀ ਹੱਕ ਹੈ, ਉਹਦੇ ਵੱਲੋਂ ਦਿੱਤਾ ਜਾ ਰਿਹਾ, ਕਿਸੇ ਗੌਰਮੈਂਟ ਵੱਲੋਂ ਨਹੀਂ, ਕਿਸੇ ਇੱਕ ਧਿਰ ਵੱਲੋਂ ਨਹੀਂ ਜਾਂ ਦੂਜੀ ਧਿਰ ਵੱਲੋਂ ਨਹੀਂ ਹੈ। ਇਸ ਲਈ ਜਿੰਨਾ ਜ਼ਿਆਦਾ ਕਾਨੂੰਨ ਦਾ ਰਾਜ ਜਾਂ ਸੰਵਿਧਾਨ ਦਾ ਰਾਜ ਹੋਏਗਾ, ਕਿਸੇ ਗੌਰਮੈਂਟਾਂ ਦੀ ਮਨਮਰਜ਼ੀ ਨਹੀਂ ਹੋਈ। ਇਹ ਤਾਂ ਰਾਜਿਆਂ ਦਾ ਗੱਲ ਕੰਮ ਹੈ। ਫਿਰ ਪੁਰਾਣਾ ਜਿਹੜਾ ਪਿਤਾ ਪੁਰਖੀ ਰਾਜੇ ਹੁੰਦੇ ਸੀ ਨਾ, ਕਿ ਰਾਜੇ ਦੇ ਮੂੰਹ ਚੋਂ ਨਿਕਲਿਆ ਸ਼ਬਦ ਹੀ ਕਾਨੂੰਨ ਹੁੰਦਾ ਸੀ, ਕੋਈ ਸੰਵਿਧਾਨ ਨਹੀਂ ਸੀ ਹੁੰਦਾ। ਹਜ਼ਾਰਾਂ ਸਾਲ ਦੀ ਲੋਕਾਂ ਨੇ ਲੜਾਈ ਤੋਂ ਬਾਅਦ ਸੰਵਿਧਾਨ ਬਣਵਾਏ ਨੇ, ਡੈਮੋਕ੍ਰੈਟਿਕ ਸੈਟਅਪ ਲਿਆਂਦਾ ਹੈ। ਇਹਨੂੰ ਪੁੱਠਾ ਮੋੜਾ ਦੇਣਾ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ। ਔਰ ਜਮਹੂਰੀਅਤ ਨੂੰ ਦੇ ਵਿੱਚ ਲੋਕਾਂ ਦੀ ਪੁੱਗਤ, ਲੋਕਾਂ ਦੇ ਵਿਚਾਰਾਂ ਦੀ ਕਦਰ ਕਰਨਾ, ਬਖਰੇਵਿਆਂ ਦੀ ਹੋਰ ਵੀ ਜ਼ਿਆਦਾ ਕਦਰ ਕਰਨਾ, ਇਹ ਜ਼ਿਆਦਾ ਦੇਸ਼ ਲਈ ਮਜ਼ਬੂਤੀ ਦਾ ਆਧਾਰ ਬਣਦਾ। ਸੁਪਰੀਮ ਕੋਰਟ ਕੱਲ ਇੱਕ ਪਾਸੇ ਕਹਿ ਰਹੀ ਸੀ ਵੀ ਵਖਰੇਵੇਂ ਜਿਹੜੇ ਉਹ ਦੇਸ਼ ਧਰੋਹ ਨਹੀਂ ਹੈਗੇ, ਵਿਚਾਰਾਂ ਦੇ ਵਖਰੇਵੇਂ। ਦੂਏ ਪਾਸੇ ਉਹ ਸੇਮ ਹੀ ਉੱਧਰ ਛਾਪੇ ਪੈ ਰਹੇ ਸੀਗੇ। ਅੱਛਾ, ਇੱਕ ਹੈਰਾਨ ਕਰਨ ਵਾਲੀ ਇੱਕ ਗੱਲ ਇਹ ਹੈ, ਇੱਕ ਮੁੱਦਾ ਵੱਖਰਾ ਇੱਥੋਂ ਬਈ ਕਿਰਤ ਕਾਨੂੰਨ ਅਧਿਕਾਰ ਕਾਰਕੁਨ ਨਵਦੀਪ ਕੌਰ ਦੇ ਨੂੰ ਜ਼ਮਾਨਤ ਮਿਲ ਗਈ, ਹਾਈ ਕੋਰਟ ਤੋਂ ਮਿਲ ਗਈ, ਤੇ ਸ਼ਿਵ ਕੁਮਾਰ 2 ਕੇਸਾਂ ਦੇ ਵਿੱਚ ਕੱਲ ਉਹਨੂੰ ਸੋਨੀਪਤ ਦੀ ਅਦਾਲਤ ਨੇ ਦਿੱਤੀ। ਪਰ ਮੈਨੂੰ ਕਿਤੇ ਲੱਗਦਾ ਹੈ ਵੀ ਨਵਦੀਪ ਕੌਰ ਦੇ ਮਾਮਲੇ 'ਚ ਜਿਸ ਤਰ੍ਹਾਂ ਖਾਸ ਤੌਰ 'ਤੇ ਮੀਡੀਆ ਵੀ ਤੇ ਹੋਰ ਸੰਗਠਨ ਵੀ ਜਿਸ ਤਰ੍ਹਾਂ ਸਰਗਰਮ ਸੀਗੇ, ਸ਼ਿਵ ਕੁਮਾਰ ਦੇ ਮਾਮਲੇ 'ਚ ਨਹੀਂ ਹੈਗੇ। ਕਾਰਨ ਕੀ ਹੈ? ਮੈਨੂੰ ਇਹ ਲੱਗੀ ਜਾਂਦਾ ਕਿ ਸਾਡਾ ਮੀਡੀਆ ਵੀ ਹੈ, ਜਿਹੜਾ ਸੰਸਥਾਵਾਂ ਵੀ ਨੇ ਨਾ, ਉਹ ਪਿਕ ਐਂਡ ਚੂਜ਼ ਦਾ, ਉਹ 'ਚ ਇੱਕ ਕੇਸ ਨੂੰ ਤਾਂ ਉਹ ਇਸ ਹੱਦ ਤੱਕ ਚੱਕ ਦੇਗਾ ਕਿ ਕਿੱਥੇ ਹੈ। ਇੱਕ ਐਜ ਏ ਅਪਰੋਚ ਦੇ ਤੌਰ ਤੇ ਮੁੱਖੀ ਹੱਕਾਂ ਦੇ ਬਾਰੇ ਉਹ ਕਿਹਦੇ ਨਾਲ ਹੁੰਦਾ ਹੈ, ਕਿਹੜੇ ਕਾਸਟ ਨਾਲ ਹੁੰਦਾ ਹੈ, ਕਿਹੜੇ ਵਰਗ ਨਾਲ ਹੁੰਦਾ ਹੈ, ਕਿਹੜੇ ਲਿੰਗ ਨਾਲ ਹੁੰਦਾ ਹੈ, ਕਿਹੜੇ ਖੇਤਰ ਨਾਲ ਹੁੰਦਾ, ਇਹਨੂੰ ਛੱਡ ਕੇ ਉਹ ਕਿਸੇ ਨਾਲ ਵੀ ਵਿਤਕਰਾ ਹੁੰਦਾ ਐਜ ਏ ਪਾਲਿਸੀ ਸ਼ਾਇਦ ਉਹਦਾ ਸਟੈਂਡ ਨਹੀਂ ਲੈ ਰਿਹਾ। ਕੁਝ ਗਿਣੇ ਚੁਣੇ ਕੇਸਾਂ ਨੂੰ ਚੱਕਦਾ। ਨਵਦੀਪ ਦਾ ਮਾਮਲਾ ਵੀ ਕਿਉਂਕਿ ਉੱਥੇ ਕਿਸਾਨ ਅੰਦੋਲਨ ਵੀ ਚੱਲ ਰਿਹਾ ਸੀ ਤੇ ਉਹਦੇ ਵਿੱਚ ਉਹ ਇਨਵੋਲਵ ਵੀ ਸੀ, ਔਰ ਉਹ ਲੜਕੀ ਵੀ ਦਲਿਤ ਸੀ ਨਾਲ। ਇੱਕ ਇਹ ਬਿਰਤਾਂਤ ਉੱਭਰਿਆ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਨਵਦੀਪ ਦਾ ਮਾਮਲਾ ਲੈਣਾ ਚਾਹੀਦਾ ਕਿਉਂਕਿ ਉਹ ਦਲਿਤ ਲੜਕੀ ਹੈ, ਤੇ ਉਹਨਾਂ ਦਾ ਉਹ ਬਿਰਤਾਂਤ ਦੇ ਵਿੱਚ ਉਹ ਮੁੱਦਾ ਨੈਸ਼ਨਲ ਇੰਟਰਨੈਸ਼ਨਲ ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਚੱਕਿਆ ਗਿਆ। ਔਰ ਉਹਨਾਂ ਦਿਨਾਂ ਦੇ ਵਿੱਚ ਹੀ ਆਹ ਗੱਲ ਆ ਰਹੀ ਸੀ, ਕਿੱਲਾਂ ਲੱਗੀਆਂ ਨੇ, ਪਾਣੀ ਕੱਟਤਾ, ਜੇ ਉਹ 26 ਜਨਵਰੀ ਤੋਂ ਬਾਅਦ ਦਾ ਇਹ ਬਿਰਤਾਂਤ ਸਾਰਾ ਜਿਹੜਾ ਸਾਡੇ ਸਾਹਮਣੇ ਆਇਆ ਸੀ, ਉਹ ਵੀ ਦੁਨੀਆ ਪੱਧਰ ਦੇ ਉੱਤੇ ਵੀ ਚਲਾ ਗਿਆ ਇਹ ਸਾਰਾ ਮਾਹੌਲ ਜਿਹੜਾ। ਪਰ ਉਸੇ ਇੱਕੋ ਕੇਸ 'ਚ ਇੱਕੋ ਦਿਨ ਗ੍ਰਿਫਤਾਰੀ ਹੁੰਦੀ ਹੈ, ਤੇ ਈਵਨ ਕੁੱਟਮਾਰ ਉਹਦੀ ਨਵਦੀਪ ਤੋਂ ਵੀ ਜ਼ਿਆਦਾ ਹੁੰਦੀ ਹੈ। ਨਵਦੀਪ ਨੇ ਜੋ ਆ ਕੇ ਦੱਸਿਆ ਕਿ ਜਿਹੜੀ ਸ਼ਿਵ ਕੁਮਾਰ ਉੱਥੇ ਘਟਨਾ
ਥਾਂ ਤੇ ਹਾਜ਼ਰ ਵੀ ਨਹੀਂ ਸੀ ਉਦੋਂ। ਉਹਦਾ ਇਹ ਕਹਿਣਾ ਉਹਦੀ ਇੰਨੀ ਜਿਹੜੀ ਸੈਕਟਰ 32 ਦੇ ਮੈਡੀਕਲ ਕਾਲਜ ਦੀ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਉਹ ਰਿਪੋਰਟ ਇਹ ਕਹਿੰਦੀ ਹੈ ਕਿ ਉਹਦੇ ਤਾਂ 13-14 ਜਗ੍ਹਾ ਇੰਨੀ ਕੁੱਟਮਾਰ ਹੋਈ ਹੈ, ਉਹਦੀ ਅੱਡੀ ਫ੍ਰੈਕਚਰਡ ਹੈ, ਉਹਦੇ ਹੱਥਾਂ ਤੇ, ਉਹਦੇ ਆਲੇ ਦੁਆਲੇ, ਮਤਲਬ ਉਹਦਾ ਇਲਾਜ ਨਹੀਂ ਕਰਾਇਆ ਜਾ ਰਿਹਾ। ਇਸ ਪੱਧਰ ਦੀ ਬੁਰੀ ਹਾਲਤ ਹੈ। ਉਹ ਵੀ ਅਦਾਲਤ ਕਾਰਕੁਨ ਹੈ ਬਹੁਤ, ਮਤਲਬ ਉਸ ਬਲਕਿ ਜਿਹੜੀ ਮਜ਼ਦੂਰ ਅਧਿਕਾਰ ਸੰਗਠਨ ਆ ਉਹਦਾ ਮੁਖੀ ਹੈ। ਤਾਂ ਉਸੇ ਪੱਧਰ ਦੇ ਉੱਤੇ ਉਸੇ ਤਰ੍ਹਾਂ ਦੇ ਇੱਕ ਆਵਾਜ਼ ਸ਼ਿਵ ਕੁਮਾਰ ਦੇ ਮਾਮਲੇ 'ਚ ਉੱਠਣੀ ਚਾਹੀਦੀ ਹੈ, ਔਰ ਉਸੇ ਦਵਾ ਦੇ ਵਿੱਚ ਉਸੇ ਤਾਂ ਉਹਦੀ ਵੀ ਜ਼ਮਾਨਤ ਜੇਕਰ ਨੌਦੀਪ ਦੀ ਹੁੰਦੀ ਹੈ ਤਾਂ ਉਹਦੀ ਜ਼ਮਾਨਤ ਵੀ ਹੋਣੀ ਚਾਹੀਦੀ ਹੈ। ਔਰ ਜੇਕਰ ਕਸਟਡੀ ਦੇ ਵਿੱਚ, ਹਿਰਾਸਤ ਦੇ ਵਿੱਚ ਇੰਨਾ ਤਸ਼ੱਦਦ ਕਰਨ ਵਾਲੇ ਬੰਦਿਆਂ ਦੇ ਖਿਲਾਫ ਪੁਲਿਸ ਹੋਵੇ, ਉਹ ਜੇਲ੍ਹ ਦੇ ਸਟਾਫ ਹੋਵੇ, ਜਿਹੜਾ ਮਰਜ਼ੀ ਹੋਵੇ, ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਔਰ ਜੇਕਰ ਇਸ ਲੈਵਲ ਦਾ ਕੋਰਟ ਦੇ ਵਿੱਚ ਆ ਕੇ ਵੀ ਇਕੱਲੀ ਜ਼ਮਾਨਤ ਹੋ ਜਾਣੀ ਹੈ, ਕੋਰਟ ਦੇ ਨਾਲ ਇੱਕ ਆਰਡਰ, ਕੋਰਟ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਕਿਸੇ ਨਾਲ ਧੱਕਾ ਹੁੰਦਾ ਤਾਂ ਇਨਸਾਫ ਦੀ ਉਮੀਦ ਅਦਾਲਤਾਂ ਤੋਂ ਹੁੰਦੀ ਹੈ। ਤਾਂ ਅਦਾਲਤਾਂ ਨੂੰ ਨਾਲ ਇਨਸਾਫ ਦੇ ਵਿੱਚ ਇਕੱਲਾ ਰਿਹਾਈ ਨਹੀਂ, ਉਹਦੇ ਨਾਲ ਇਹ ਵੀ ਜੋੜਨਾ ਚਾਹੀਦਾ ਜਿਹਨੇ ਉੱਤੇ ਅਤਿਆਚਾਰ ਕੀਤਾ ਗੈਰ ਕਾਨੂੰਨੀ ਤਰੀਕੇ ਦੇ ਨਾਲ, ਉਹਨਾਂ ਨੂੰ ਕੋਈ ਸਜ਼ਾ ਦੇਣ ਦੇ ਪ੍ਰਾਵਧਾਨ ਵੀ, ਤਜਵੀਜ਼ ਵੀ ਉਸ ਲੈਵਲ ਤੇ ਹੋਣੀ ਚਾਹੀਦੀ ਹੈ, ਹੁਕਮ ਹੋਣਾ ਚਾਹੀਦਾ, ਤਾਂ ਕਿ ਮਤਲਬ ਇਹ ਹੁੰਦਾ ਕਿ ਜਦੋਂ ਕਿਸੇ ਦੋਸ਼ੀ ਨੂੰ ਸਜ਼ਾ ਮਿਲਦੀ ਹੈ ਤਾਂ ਕਿ ਦੂਜੇ ਲੋਕ ਉਹਦੇ ਤੋਂ ਡਰਨ ਕਿ ਮੈਂ ਕੱਲ੍ਹ ਨੂੰ ਕਰਾਂਗਾ ਤਾਂ ਵੀ ਹੋਏਗਾ। ਜੇ ਉਹ ਜੇਲਰ ਤੇ ਪੁਲਿਸ ਵਾਲੇ ਉਵੇਂ ਹੀ ਚੱਲਦੇ ਨੇ, ਚਾਹੇ ਇਹਨਾਂ ਨੂੰ ਛੱਡ ਵੀ ਦਿਓ, ਕੱਲ੍ਹ ਨੂੰ ਹੋਰ ਤੇ ਵੀ ਅਤਿਆਚਾਰ ਕਰਨਗੇ, ਉਹ ਇਸ ਤਰੀਕੇ ਨਾਲ ਕਰਨਗੇ, ਫਿਰ ਕੀ ਹੁੰਦਾ ਬਾਅਦ ਦੇ ਵਿੱਚ, ਆਪਾਂ ਕਰ ਲਿਆ ਅਤਿਆਚਾਰ, ਜਦ ਕਿਸੇ ਨੇ ਛਡਾਉਣਾ ਹੋਊਗਾ ਛਡਾ ਲੂਗਾ, ਆਪਣੇ ਤੇ ਤਾਂ ਕੋਈ ਮਤਲਬ ਹਰਜ ਨਹੀਂ ਹੋ ਰਿਹਾ। ਇਹ ਮੈਸੇਜ ਜਾਣਾ ਬਹੁਤ ਜ਼ਰੂਰੀ ਹੁੰਦਾ ਕਿ ਜਿਹੜੇ ਲੋਕ ਹਿਰਾਸਤੀ ਮੌਤਾਂ ਹੁੰਦੀਆਂ ਨੇ, ਹਿਰਾਸਤੀ ਕੁੱਟਮਾਰ ਹੁੰਦੀ ਹੈ, ਉਹਨਾਂ ਨੂੰ ਸੀਰੀਅਸ ਢੰਗ ਨਾਲ ਲਿਆ ਜਾਣਾ ਚਾਹੀਦਾ। ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਹਮੀਰ ਜੀ, ਵੀ ਜਿਹੜੇ ਦੇ ਤਾਂ ਵਿਚਾਰਾ ਨਜਾਇਜ਼ ਕੁੱਟਿਆ ਗਿਆ ਉਹ ਬਾਅਦ 'ਚ ਬਰੀ ਹੋ ਜਾਂਦਾ, ਬਾਇਜ਼ਤ ਬਰੀ ਹੋ ਜਾਵੇ, ਪਰ ਜਿਹਨੇ ਉਹ ਫਸਾਇਆ ਉਹ ਤੇ ਕੋਈ ਕਾਰਵਾਈ ਨਹੀਂ ਹੁੰਦੀ। ਇਸ ਕਰਕੇ ਜਿਹੜੇ ਅੱਗੇ ਵੀ ਲੋਕਾਂ ਜਿਹੜੇ ਇਸ ਕੰਮ 'ਚ ਜਾਂ ਇਸ ਜੁਰਮ ਨੂੰ ਕਰਦੇ ਨੇ ਉਹ ਵਧੀ ਜਾਂਦੇ ਨੇ, ਉਹ ਗਿਣਤੀ ਘਟ ਨਹੀਂ। ਘਟਾਉਣ ਲਈ ਜਿਹੜੀ ਤੁਹਾਡੀ ਗੱਲ ਬੜੀ ਵਧੀਆ ਕਿ ਉਹਨਾਂ ਸਿਰ ਵੀ ਕਾਰਵਾਈ, ਇੱਕ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਇੱਕ ਅੱਜ ਦਾ ਚਲੋ ਆਪਾਂ ਚਲੰਤ ਮਾਮਲਾ ਲਈਏ, ਵਿਧਾਨ ਸਭਾ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਕਹਿੰਦੇ ਵੀ ਨੇਤਾ ਵੀ ਅਭਿਨੇਤਾ ਬਣਦੇ ਜਾ ਰਹੇ ਨੇ। ਅੱਜ ਗੱਡੀਆਂ ਤੇ ਅਕਾਲੀਆਂ ਨੇ ਕੱਢੀ ਹੈ ਤੇ ਇਹ ਪੈਟਰੋਲ ਤੇ ਡੀਜ਼ਲ ਦੇ ਮਾਮਲੇ ਜਿਹੜੀਆਂ ਕੀਮਤਾਂ ਨੇ ਉਹਦੇ ਖਿਲਾਫ ਉਹਨਾਂ ਨੇ ਪ੍ਰਦਰਸ਼ਨ ਕੀਤਾ, ਪਰ ਅਕਾਲੀਆਂ ਵੇਲੇ ਵੀ ਡੀਜ਼ਲ ਪੈਟਰੋਲ ਦੀ ਤਾਂ ਕਦੇ ਟੈਕਸ ਘਟਾਇਆ ਹੀ ਨਹੀਂ ਗਿਆ। ਤੇ ਅੱਜ ਇਹਨਾਂ ਨੂੰ ਇੰਨਾ ਯਾਦ ਕਿਵੇਂ ਆ ਰਿਹਾ ਸਾਰਾ ਕੁਝ? ਮੈਨੂੰ ਲੱਗਦਾ ਯਾਦ ਤਾਂ ਸਾਡਾ ਪੋਲੀਟੀਸ਼ੀਅਨ ਦਾ ਤਾਂ ਬਹੁਤ ਨਾ ਇੱਕ ਇੰਨਾ ਸੁੰਗੜਿਆ ਹੋਇਆ ਏਜੰਡਾ ਰਹਿ ਗਿਆ, ਉਹਨੂੰ ਤਾਂ ਵੋਟ ਤੋਂ ਬਿਨਾਂ ਕੁਝ ਦਿਖਦਾ ਹੀ ਨਹੀਂ ਹੈ। ਔਰ ਜੇ ਤੁਸੀਂ ਬਿਲਕੁਲ ਜਿਹੜਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ, ਇਹਦਾ ਇਕੱਲਾ ਇਹੀ ਤਾਂ ਨਹੀਂ ਕਿ ਅੱਜ ਉਹ ਕੀ ਕਰਦੇ ਨੇ, ਸੁਰਖੀਆਂ 'ਚ ਰਹਿਣਾ ਵੀ ਇੱਕ ਦਿਨ ਮੈਂ ਆਹ ਮੁੱਦਾ ਉਠਾ ਦੂੰਗਾ, ਅਗਲੇ ਦਿਨ ਖਬਰ ਬਣਾਉਣ ਲਈ ਦੂਜਾ, ਅਗਲੇ ਦਿਨ ਤੀਜਾ। ਇਹ ਕੰਟੀਨਿਊ ਪ੍ਰੋਸੈਸ ਹੈ, ਅੱਜ ਦਾ ਨਹੀਂ ਵੱਧ ਰਿਹਾ। ਇਹ ਸਾਲ ਤੋਂ ਲਗਭਗ ਇਹੀ ਪੋਜੀਸ਼ਨ ਹੈ। ਤੇ ਉਦੋਂ ਤੋਂ ਤੁਸੀਂ ਕਿੱਥੇ ਸੀ? ਤੁਸੀਂ ਕਿਉਂ ਇਹਨੂੰ ਸੜਕਾਂ ਤੇ ਲੈ ਕੇ ਨਹੀਂ ਆਏ? ਏਜੰਡੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਉਹ ਕੀਤਾ? ਦੂਜੀ ਗੱਲ ਇਹ ਹੈ ਕਿ ਗੌਰਮੈਂਟਾਂ, ਸਟੇਟ ਗੌਰਮੈਂਟਾਂ ਦਾ ਜਿਹੜਾ ਬੈਟ ਲੱਗਿਆ ਉਹਨੇ ਵੀ ਇਹਦੇ 'ਚ ਰੋਲ ਪਲੇ ਕੀਤਾ, ਵਧਾਇਆ। ਪਰ ਉਦੋਂ ਵੀ ਵੱਡਾ ਜਿਹੜਾ ਕੰਮ ਹੈ ਉਹ ਗੌਰਮੈਂਟ ਆਫ ਇੰਡੀਆ ਦੇ ਟੈਕਸ ਨੇ, ਜਿਹੜੇ 30-32% ਤੋਂ ਉੱਪਰ ਕੱਲਿਆਂ ਦੇ ਚਲੇ ਜਾਂਦੇ ਨੇ, ਕਿਉਂਕਿ ਉਹਨੇ ਪਿਛਲੇ ਦਿਨਾਂ 'ਚ ਸੈਸ ਲਾਤੇ, ਸਰਚਾਰਜ ਲਾਤੇ, ਐਕਸਾਈਜ਼ ਡਿਊਟੀ ਲਾਤੀ, ਵੱਖ-ਵੱਖ ਟਾਈਪ ਦੇ ਲਾਤੇ, ਤੇ ਉਹਨਾਂ ਦੇ ਖਿਲਾਫ ਫਿਰ ਛੱਡ ਦਿੰਦੇ ਨੇ। ਉਹ ਕਹਿੰਦੇ ਨੇ ਕਿਉਂਕਿ ਤੂੰ ਆਪਣਾ ਘਟਾ, ਜਾਂ ਤਾਂ ਇੱਕ ਬੈਲੈਂਸਡ ਰੱਖੋ ਕਿ ਗੌਰਮੈਂਟ ਆਫ ਇੰਡੀਆ ਵੀ ਓਡੀਓ ਦੋਸ਼ੀ ਹੈ, ਉਦੋਂ ਜ਼ਿਆਦਾ ਦੋਸ਼ੀ ਹੈ, ਉਹ ਸਟੇਟਾਂ ਨੂੰ ਅਧਿਕਾਰ ਕਿਉਂ ਨਹੀਂ ਦਿੰਦੀ, ਜਾਂ ਸਟੇਟਾਂ ਨੂੰ ਉਹਦਾ ਬਣਦਾ ਹਿੱਸਾ ਪੈਸੇ ਕਿਉਂ ਨਹੀਂ ਦਿੰਦੀ? ਤੇ ਸਟੇਟ ਗੌਰਮੈਂਟਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਦੇ 'ਚੋਂ ਘਟਾਓ, ਲੋਕਾਂ ਨੂੰ ਰਾਹਤ ਦਿਓ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਜਿਹੜੀ ਅਪਰੋਚ ਹੁੰਦੀ ਹੈ ਇੱਕ ਜਨਤਕ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਆਪਣੇ ਸਵਾਰਥ ਨੂੰ ਦੇਖ ਕੇ ਤੁਸੀਂ ਮੁੱਦਾ ਉਠਾ ਰਹੇ ਹੋ, ਲੋਕਾਂ ਦੀ ਪੀੜਾ ਤੇ ਲੋਕਾਂ ਦੇ ਦਰਦ ਨੂੰ ਦੇਖ ਕੇ ਮੁੱਦੇ ਨਹੀਂ ਉਠਾ ਰਹੇ, ਕਿ ਜਿਹੜੇ ਲਗਾਤਾਰ ਹੁੰਦੇ ਨੇ। ਇਸੇ ਦੇ ਵਿੱਚੋਂ ਹੀ ਚੀਜ਼ਾਂ ਜਨਮ ਲੈਂਦੀਆਂ ਨੇ। ਤੇ ਜਿਵੇਂ ਹੁਣ ਇੱਕ ਮੁੱਦਾ ਉੱਠਿਆ ਐਤਕੀ, ਇਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਗੱਡੇ ਤੇ ਆਵਾਂਗੇ ਫਲਾਨਾ ਤੇ ਮਕਾਏ, ਮੈਨੂੰ ਲੱਗਦਾ ਇਹ ਵੀ ਗਰੀਬ ਲੋਕਾਂ ਦਾ ਥੋੜਾ ਜਿਹਾ ਇੱਕ ਲੈਵਲ ਦੀ ਗਰੀਬੀ ਤੇ ਹੱਸਣ ਦਾ ਇੱਕ ਤਰੀਕਾ ਹੈ। ਤੁਹਾਡੇ ਕੋਲ ਫਾਰਚੂਨਰ ਗੱਡੀਆਂ ਨੇ, ਤੁਹਾਡੇ ਕੋਲ ਸਭ ਤੋਂ ਵੱਡਾ 40-50 ਲੱਖ ਤੋਂ ਘੱਟ, 20-25 ਲੱਖ ਤੋਂ ਘੱਟ ਵਾਲੀ 'ਚ ਕੋਈ ਇੱਥੇ ਵਿਧਾਨ ਸਭਾ 'ਚ ਨਹੀਂ। ਜਿਹੜਾ ਉਦੋਂ ਵੀ ਛੋਟਾ, ਜਿਹੜਾ ਗਰੀਬ ਵੀ ਆ, ਉਹਨੂੰ ਵੀ ਇਨੋਵਾ ਮਿਲੀ ਹੋਈ ਆ ਸਰਕਾਰ ਵੱਲੋਂ ਘੱਟੋ ਘੱਟ। ਤੁਸੀਂ ਉਹਦੇ ਨਾਲ ਆਉਣ ਨਾਲ ਕੀ ਹੋ ਜਾਂਦਾ? ਉਹਦੇ 'ਚ ਤਾਂ ਲੋਕ ਆਉਣ ਜਿਹੜੇ ਉਦੋਂ ਹੇਠਲੇ ਬੰਦੇ ਬੈਠੇ ਨੇ। ਤੁਸੀਂ ਜਿਹੜੇ ਇਹੋ ਜਿਹੇ, ਇਹ ਡਰਾਮੈਟਿਕ ਪੋਲੀਟਿਕਸ ਹੈ, ਮਤਲਬ ਇਹ ਸੀਰੀਅਸ ਪੋਲੀਟਿਕਸ ਉਸ ਪੱਧਰ 'ਤੇ ਨਹੀਂ ਹੈ। ਦੂਜੀ ਗੱਲ, ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਉਠਾਇਆ ਗਿਆ ਕਿ ਪੰਜਾਬ ਦੇ ਪਾਣੀ ਜਾ ਰਹੇ ਨੇ, 50 ਸਾਲ ਨੂੰ ਐ ਹੋ ਜਾਏਗਾ। ਮੈਨੂੰ ਤਾਂ ਲੱਗਦਾ ਸਾਡੇ ਸਿਆਸਤਦਾਨਾਂ ਨੂੰ ਇਹ ਵੀ ਨਹੀਂ ਵੀ, ਕਿਉਂਕਿ ਸਾਡੇ ਹਿੰਦੁਸਤਾਨ ਦਾ ਵਿਗਿਆਨੀ ਤਾਂ ਇਹ ਕਹਿ ਚੁੱਕਿਆ ਕਿ 2039 ਤੱਕ ਪੰਜਾਬ ਬੰਜਰ ਹੋਣ ਜਾ ਰਿਹਾ। ਇਹ ਅੱਜ ਦੀਆਂ ਰਿਪੋਰਟਾਂ ਨਹੀਂ ਆ। ਉਦੋਂ ਤੱਕ ਤੁਸੀਂ ਕੀ ਕਰਦੇ ਸੀ? ਹੁਣ ਇੱਕ ਮਤਾ ਪਾਸ ਕਰਤਾ ਵਿਧਾਨ ਸਭਾ ਨੇ, ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਜੀ। ਕੀ ਇੰਨੇ ਨਾਲ ਸੰਭਵ ਹੈ?
ਹੁਣ ਤਾਂ ਆਪਣੇ ਮੋਦੀ ਉਹਨਾਂ ਨੇ ਪਿੱਛੇ ਗੱਲ ਵੀ ਕੀਤੀ ਸੀ ਕਿ ਪਾਣੀ ਦੀ ਤੁਸੀਂ ਸੰਭਾਲ ਕਰੋ, ਇਹਦਾ ਸਨਮਾਨ ਕਰੋ। ਹਾਂ, ਗੀਤ ਵੀ ਚੱਲਦੇ ਨੇ। ਬਾਕੀ ਜੇ ਐਡਾ ਕਿ ਮਾਮਲਾ ਹੋਵੇ, ਇਹ ਬੜੇ ਬਹੁਤ ਗੰਭੀਰ ਮੁੱਦੇ ਨੇ, ਤੁਸੀਂ ਇੱਕ ਦਿਨ ਪੂਰਾ ਕਿਉਂ ਨਹੀਂ ਰੱਖਦੇ ਵਿਧਾਨ ਸਭਾ ਦੇ ਵਿੱਚ ਕਿ ਇਹਦੇ ਤੇ ਪਾਣੀ ਤੇ ਆਪਾਂ ਵਿਚਾਰ ਚਰਚਾ ਕਰਾਂਗੇ, ਐਕਸਪਰਟਸ ਦੀ ਵੀ ਰਾਏ ਸੁਣਾਂਗੇ, ਆਪਸਦਾਰੀ ਵੀ ਚਰਚਾ ਕਰਾਂਗੇ, ਫਿਰ ਉੱਤੇ ਕੋਈ ਪਲਾਨਿੰਗ ਬਣਾਵਾਂਗੇ, ਫਿਰ ਅਗਲਾ ਦਿਨ ਕੋਈ ਕਿਰਤੀਆਂ ਲਈ, ਅਗਲਾ ਦਿਨ ਕੋਈ ਕਿਸਾਨਾਂ ਲਈ, ਅਗਲਾ ਦਿਨ ਕੋਈ ਵਪਾਰੀਆਂ ਲਈ, ਅਗਲਾ ਦਿਨ ਕੋਈ ਮੁਲਾਜ਼ਮਾਂ ਲਈ। ਕੋਈ ਚੰਗੇ ਤਰੀਕੇ ਨਾਲ ਡਿਬੇਟ ਕਰੋ, ਬੈਠ ਕੇ ਗੱਲਬਾਤ ਕਰੋਗੇ ਤਾਂ ਲੋਕਾਂ ਨੂੰ ਲੱਗੇਗਾ ਕਿ ਸਾਡੇ ਪੋਲੀਟੀਸ਼ੀਅਨ ਸੀਰੀਅਸ ਹੋ ਰਹੇ ਨੇ, ਗੰਭੀਰ ਹੋ ਰਹੇ ਨੇ। ਪਰ ਹਜੇ ਠੀਕ ਹੈ ਕਿ ਲੰਘ ਜਾਏਗਾ ਜਿਹੜਾ 5-7 ਦਿਨ ਦਾ ਖੇਡ ਹੈ, ਮੁੜ ਕੇ ਜਿਹਾ ਅਸੈਂਬਲੀ 'ਚ ਲੋਕਾਂ ਨੂੰ ਵੀ ਪਤਾ ਹੀ ਹੈ ਕਿ ਅਸੈਂਬਲੀਆਂ 'ਚ ਕਿੰਨਾ ਕੁ ਕੰਮ ਹੋ ਰਿਹਾ ਤੇ ਕਿੰਨਾ ਕੁ 'ਤੇ ਅਮਲ ਹੋ ਰਿਹਾ। ਕਿਹਾ ਜਾਂਦਾ ਸੀ ਅੱਗੇ ਪਵਿੱਤਰ ਸਦਨ ਕਿ ਜਿਹੜੀ ਗੱਲ ਪਾਰਲੀਮੈਂਟ ਜਾਂ ਅਸੈਂਬਲੀ 'ਚ ਬੋਲੀ ਗਈ ਹੈ ਉਹ 'ਤੇ ਅਮਲ ਹੁੰਦਾ, ਪਰ ਹੁਣ ਤਾਂ ਉਹ ਬਾਰ-ਬਾਰ ਪਿੱਟ ਰਹੇ ਨੇ ਕਿ ਉੱਥੇ ਦਬਾਏ ਗਏ ਯਕੀਨ ਵੀ ਅਮਲ 'ਚ ਨਹੀਂ ਆਉਂਦੇ। ਇੰਸ਼ੋਰੈਂਸ ਕਮੇਟੀਆਂ ਬਣਦੀਆਂ ਨੇ, ਬਾਕੀ ਚੀਜ਼ਾਂ ਬਣਦੀਆਂ ਨੇ। ਇਸ ਲਈ ਸਿਸਟਮ ਦੇ ਵਿੱਚ ਗੰਭੀਰਤਾ ਲਿਆਉਣਾ ਤੇ ਆਪਣੇ ਆਪ ਦੀ ਜੀਵਨ ਜਾਂਚ 'ਚ ਗੰਭੀਰਤਾ ਲਿਆਉਣਾ ਬਹੁਤ ਬੜਾ ਸਵਾਲ ਹੈ, ਜਿਹਦੇ ਵੱਲ ਸਾਡਾ ਪੋਲੀਟੀਸ਼ੀਅਨ ਅਜੇ ਚੱਲਣ ਲਈ ਤਿਆਰ ਦਿਖਾਈ ਨਹੀਂ ਦੇ ਰਿਹਾ। ਬਹੁਤ ਬਹੁਤ ਸ਼ੁਕਰੀਆ ਹਮੀਰ ਜੀ। ਦੋਸਤੋ, ਹਮੀਰ ਜੀ ਨੇ ਜਿਹੜਾ ਕਿਹਾ ਹੈ ਕਿ ਵਿਧਾਨ ਸਭਾ ਜਾਂ ਸੰਸਦ ਦੇ ਵਿੱਚ ਖੁੱਲ੍ਹ ਕੇ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਹੋਣੀ ਚਾਹੀਦੀ ਹੈ। ਇਹ ਚਰਚਾ ਤਾਂ ਹੀ ਹੋਊਗੀ ਜੇ ਸਾਰੇ ਤਿਆਰੀ ਕਰਨਗੇ, ਪੜ੍ਹਨਗੇ ਉਹਦੇ ਮਸਲੇ ਦੇ ਉੱਤੇ ਚੰਗੀ ਤਰ੍ਹਾਂ, ਨਹੀਂ ਤਾਂ ਐਂ ਗੱਲਾਂ ਆਈਆਂ, ਰੌਲਾ ਪਾਇਆ, ਨਿਕਲ ਗਏ। ਅੱਜ ਦੀ ਗੱਲ ਸਾਡੀ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਨੂੰ ਇਸੇ ਵੇਲੇ ਇਸੇ ਥਾਂ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ।